ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਮੇਰਾ ਨਾਮ ਰਾਜਵੀਰ ਕੌਰ ਹੈ। ਮੈਂ ਬਾਬਾ ਨਾਮਦੇਵ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁਮਾਣ ਜ਼ਿਲ੍ਹਾ ਗੁਰਦਾਸਪੁਰ ਵਿਖੇ ਬਤੌਰ ਪੰਜਾਬੀ ਅਧਿਆਪਿਕਾ ਸੇਵਾ ਨਿਭਾ ਰਹੀ ਹਾਂ। ਅੱਜ ਅਸੀਂ 12ਵੀਂ ਜਮਾਤ ਦੇ 94ਵੀਂ ਪੰਜਾਬੀ ਵਿਸ਼ੇ ਦੇ ਪਾਠਕ੍ਰਮ ਵਿੱਚ ਸ਼ਾਮਿਲ ਮੱਧਕਾਲੀਨ ਪੰਜਾਬੀ ਕਾਵ ਝਲਕਾਂ ਤੇ ਇਤਿਹਾਸ ਪੁਸਤਕ ਵਿੱਚ ਦਰਜ ਸੂਫੀ ਕਾਵ ਦੇ ਕਵੀ ਮੀਆਂ ਵਜੀਦ ਜੀ ਦੇ ਸ਼ਲੋਕਾਂ ਬਾਰੇ ਗੱਲਬਾਤ ਕਰਾਂਗੇ। ਵਜੀਦ ਜੀ ਮੱਧਕਾਲ ਦੇ ਇੱਕ ਹਰਮਨ ਪਿਆਰੇ ਸੰਤ ਕਵੀ ਹੋਏ ਹਨ। ਪੰਜਾਬੀ ਲੋਕ ਕਾਵਧਾਰਾ ਵਿੱਚ ਆਪ ਜੀ ਦਾ ਬੜਾ ਉੱਘਾ ਸਥਾਨ ਹੈ। ਆਪ ਜੀ ਦੇ ਜੀਵਨ ਸੰਬੰਧੀ ਬਹੁਤੇ ਵੇਰਵੇ ਪ੍ਰਾਪਤ ਨਾ ਹੋਣ ਕਰਕੇ ਆਪ ਜੀ ਦੇ ਜਨਮ ਬਾਰੇ ਨਿਸ਼ਚਿਤ ਰੂਪ ਵਿੱਚ ਦੱਸਿਆ ਜਾਣਾ ਮੁਸ਼ਕਿਲ ਹੈ। ਕੁਝ ਵਿਦਵਾਨ ਮੰਨਦੇ ਹਨ ਕਿ ਆਪ ਜੀ ਦਾ ਜਨਮ ਕਾਬਲ ਵਿਖੇ ਇੱਕ ਪਠਾਨ ਘਰਾਣੇ ਵਿੱਚ ਹੋਇਆ। ਪਹਿਲਾਂ ਆਪ ਫੌਜ ਵਿੱਚ ਰਹੇ ਅਤੇ ਫਿਰ ਕਿਸੇ ਦਾਦੂ ਪੰਥੀ ਦੇ ਸੰਪਰਕ ਵਿੱਚ ਆਉਣ ਨਾਲ ਤਿਆਗੀ ਬਣ ਗਏ। ਵਜੀਦ ਜੀ ਇੱਕ ਘੁੰਮਣ ਫਿਰਨ ਵਾਲੇ ਅਤੇ ਸਰਬ ਸਾਂਝੇ ਕਵੀ ਸੰਤ ਸਨ, ਜਿਸ ਕਰਕੇ ਉਹਨਾਂ ਦੀ ਰਚਨਾ ਦੀ ਭਾਸ਼ਾ ਵਿੱਚ ਹਿੰਦੂ ਅਤੇ ਇਸਲਾਮੀ ਧਰਮ ਨਾਲ ਸੰਬੰਧਿਤ ਸ਼ਬਦਾਵਲੀ ਅਤੇ ਸਾਧ ਭਾਸ਼ਾ ਦੀ ਵਰਤੋਂ ਕੀਤੀ ਗਈ ਹੈ। ਵਜੀਦ ਜੀ ਦੀ ਸਮੁੱਚੀ ਰਚਨਾ ਵਿੱਚ ਰੱਬ ਦੇ ਭਾਣੇ ਦੀ ਆਪ ਮੁਹਾਰਤਾ, ਸੰਸਾਰ ਦੀ ਨਾਸ਼ਮਾਨਤਾ, ਪ੍ਰਭੂ ਭਗਤੀ, ਸੰਸਾਰ ਤੋਂ ਉਪਰਾਮਤਾ, ਨੇਕ ਅਮਲਾਂ ਉੱਤੇ ਜ਼ੋਰ ਅਤੇ ਹਉਮੈ ਦਾ ਤਿਆਗ ਆਦਿ ਵਿਸ਼ੇ ਛੋਹੇ ਗਏ ਹਨ। ਆਪ ਨੇ ਸਮਾਜਿਕ ਅਨਿਆਂ ਵਿਰੁੱਧ ਆਵਾਜ਼ ਉਠਾਈ ਹੈ ਅਤੇ ਵਿਅੰਗਾਤਮਿਕ ਅੰਦਾਜ਼ ਵਿੱਚ ਇਸ ਦੀ ਜ਼ਿੰਮੇਵਾਰੀ ਰੱਬ ਉੱਤੇ ਸੁੱਟੀ ਹੈ। ਆਪ ਜੀ ਦੀ ਕਵਿਤਾ ਦਾ ਮੁੱਖ ਵਿਸ਼ਾ ਰੱਬ ਦੇ ਭਾਣੇ ਦਾ ਆਪ ਮੁਹਾਰਾਪਨ ਹੈ। ਰੱਬ ਦੀ ਮਰਜ਼ੀ ਹੇਠ ਵਰਤੇ ਇਸ ਅਟੱਲ ਭਾਣੇ ਨੂੰ ਕੋਈ ਨਾ ਮੋੜ ਸਕਦਾ ਹੈ, ਨਾ ਕੋਈ ਬਦਲ ਸਕਦਾ ਹੈ ਅਤੇ ਨਾ ਹੀ ਆਪਣੀ ਮਰਜ਼ੀ ਅਨੁਸਾਰ ਢਾਲ ਸਕਦਾ ਹੈ। ਪ੍ਰਭੂ ਨੂੰ ਜੋ ਕੁਝ ਚੰਗਾ ਲੱਗਦਾ ਹੈ ਉਹੀ ਕੁਝ ਬੇਪਰਵਾਹ ਹੋ ਕੇ ਕਰਦਾ ਹੈ। ਸੰਸਾਰਿਕ ਜੀਵਾਂ ਲਈ ਭਾਵੇਂ ਉਹ ਚੰਗਾ ਹੋਵੇ ਜਾਂ ਬੁਰਾ ਹੋਵੇ, ਕੋਈ ਵੀ ਸ਼ਕਤੀ ਉਸ ਨੂੰ ਅਜਿਹਾ ਕਰਨ ਤੋਂ ਰੋਕ ਨਹੀਂ ਸਕਦੀ ਅਤੇ ਨਾ ਹੀ ਉਸ ਨੂੰ ਕਿਸੇ ਖਾਸ ਦਿਸ਼ਾ ਵਿੱਚ ਚੱਲਣ ਦਾ ਨਿਰਦੇਸ਼ ਦੇ ਸਕਦੀ ਹੈ। ਇਸੇ ਕਰਕੇ ਹੀ ਆਪ ਦੇ ਬਹੁਤੇ ਸ਼ਲੋਕਾਂ ਦੇ ਅੰਤ ਵਿੱਚ ਇਹ ਤੁਕ ਵਾਰ-ਵਾਰ ਆਉਂਦੀ ਹੈ, ਵਜੀਦਾ ਕੌਣ ਸਾਹਿਬ ਨੂੰ ਆਖੇ ਐਉਂ ਨਹੀਂ ਅੰਜ ਕਰ। ਹੁਣ ਅਸੀਂ 12ਵੀਂ ਜਮਾਤ ਦੇ ਪਾਠਕ੍ਰਮ ਵਿੱਚ ਸ਼ਾਮਿਲ ਮੀਆਂ ਵਜੀਦ ਜੀ ਦੇ ਸ਼ਲੋਕਾਂ ਬਾਰੇ ਗੱਲਬਾਤ ਕਰਾਂਗੇ। ਪਹਿਲਾਂ ਅਸੀਂ ਸ਼ਲੋਕ ਨੂੰ ਪੜ੍ਹਾਂਗੇ, ਔਖੇ ਸ਼ਬਦਾਂ ਦੇ ਅਰਥ ਕਰਾਂਗੇ ਅਤੇ ਕਾਵ ਸਤਰਾਂ ਦੀ ਵਿਆਖਿਆ ਕਰਾਂਗੇ। ਆਪਣੇ ਸ਼ਲੋਕਾਂ ਵਿੱਚ ਵਜੀਦ ਜੀ ਨੇ ਰੱਬ ਦੀ ਮਰਜ਼ੀ ਅੰਦਰ ਜੀਵਾਂ ਉੱਪਰ ਹੋ ਰਹੀਆਂ ਮਿਹਰਾਂ ਅਤੇ ਇਸ ਦੇ ਉਲਟ ਜਬਰ ਅਤੇ ਕਹਿਰ ਦਾ ਵਰਣਨ ਕਰਕੇ ਰੱਬੀ ਭਾਣੇ ਦੀ ਬੇਪਰਵਾਹੀ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਸਿੱਧ ਕੀਤਾ ਹੈ। ਸਾਡੇ ਪਾਠਕ੍ਰਮ ਵਿੱਚ ਸ਼ਾਮਿਲ ਵਜੀਦ ਜੀ ਦਾ ਪਹਿਲਾ ਸ਼ਲੋਕ ਹੈ, ਮੂਰਖ ਨੂੰ ਅਸਵਾਰੀ ਹਾਥੀ ਘੋੜਿਆਂ, ਪੰਡਿਤ ਪੈਰ ਪਿਆਦੇ ਪਾਟੇ ਜੋੜਿਆਂ, ਕਰਦੇ ਸੁਗੜ ਮਜੂਰੀ ਮੂਰਖ ਦੇ ਜਾਏ ਘਰ, ਵਜੀਦਾ ਕੌਣ ਸਾਈਂ ਨੂੰ ਆਖੇ ਐਉਂ ਨਹੀਂ ਅੰਜ ਕਰ। ਪਿਆਦੇ ਸ਼ਬਦ ਦਾ ਅਰਥ ਹੈ ਪੈਦਲ ਤੁਰਨਾ। ਜੋੜਿਆਂ ਸ਼ਬਦ ਦਾ ਅਰਥ ਹੈ ਜੁੱਤੀਆਂ। ਸੁਗੜ ਸ਼ਬਦ ਦਾ ਅਰਥ ਹੈ ਸਿਆਣੇ।
ਸਾਈਂ ਸ਼ਬਦ ਦਾ ਅਰਥ ਹੈ ਪਰਮਾਤਮਾ। ਵਜੀਦ ਜੀ ਕਹਿੰਦੇ ਹਨ ਕਿ ਮੂਰਖਾਂ ਨੂੰ ਸਵਾਰੀ ਕਰਨ ਲਈ ਹਾਥੀ ਘੋੜੇ ਮਿਲ ਜਾਂਦੇ ਹਨ, ਪਰ ਉਹਨਾਂ ਦੇ ਮੁਕਾਬਲੇ 'ਤੇ ਵਿਦਵਾਨਾਂ ਨੂੰ ਪੈਦਲ ਤੁਰਨਾ ਪੈਂਦਾ ਹੈ ਅਤੇ ਉਹਨਾਂ ਦੀਆਂ ਜੁੱਤੀਆਂ ਟੁੱਟੀਆਂ ਹੁੰਦੀਆਂ ਹਨ। ਸਿਆਣੇ ਲੋਕਾਂ ਨੂੰ ਕਈ ਵਾਰ ਮੂਰਖਾਂ ਦੇ ਘਰ ਜਾ ਕੇ ਉਹਨਾਂ ਦੀ ਨੌਕਰੀ ਕਰਨੀ ਪੈਂਦੀ ਹੈ। ਅਸਲ ਵਿੱਚ ਇਹ ਸਭ ਕੁਝ ਰੱਬ ਦੇ ਭਾਣੇ ਅਨੁਸਾਰ ਹੀ ਹੁੰਦਾ ਹੈ। ਉਸ ਨੂੰ ਕੋਈ ਇਹ ਨਹੀਂ ਕਹਿ ਸਕਦਾ ਕਿ ਉਸ ਨੂੰ ਇਸ ਤਰ੍ਹਾਂ ਨਹੀਂ, ਸਗੋਂ ਉਸ ਤਰ੍ਹਾਂ ਕਰਨਾ ਚਾਹੀਦਾ ਹੈ। ਭਾਵ ਰੱਬ ਆਪਣੀ ਮਰਜ਼ੀ ਅਨੁਸਾਰ ਜਿਸ ਉੱਤੇ ਚਾਹੇ ਕਿਰਪਾ ਕਰਦਾ ਹੈ, ਉਸ ਨੂੰ ਆਪਣੀ ਮਰਜ਼ੀ ਕਰਨ ਤੋਂ ਕੋਈ ਨਹੀਂ ਰੋਕ ਸਕਦਾ। ਅਗਲਾ ਸ਼ਲੋਕ ਹੈ, ਚੋਰਾਂ ਦੇ ਕਰ ਵਗ ਜੋ ਮਾਨਸ ਘਾਇਂਦੇ, ਪਏ ਅਮਾਨ ਠੱਗ ਜੋ ਫਾਹੇ ਪਾਇਂਦੇ, ਇਹ ਕੁਦਰਤ ਤੇਰੀ ਵਰਤੇ ਰੱਬਾ ਤੁਧ ਘਰ, ਵਜੀਦਾ ਕੌਣ ਸਾਹਿਬ ਨੂੰ ਆਖੇ ਐਉਂ ਨਹੀਂ ਅੰਜ ਕਰ। ਵਗ ਸ਼ਬਦ ਦਾ ਅਰਥ ਹੈ ਪਸ਼ੂਆਂ ਦਾ ਸਮੂਹ। ਘਾਇਂਦੇ ਸ਼ਬਦ ਦਾ ਅਰਥ ਹੈ ਜ਼ਖਮੀ ਕਰਦੇ ਹਨ ਜਾਂ ਮਾਰਦੇ ਹਨ। ਅਮਾਨ ਸ਼ਬਦ ਦਾ ਅਰਥ ਹੈ ਈਮਾਨ ਵਾਲੇ। ਤੁਧ ਸ਼ਬਦ ਦਾ ਅਰਥ ਹੈ ਤੇਰੇ। ਸਾਹਿਬ ਸ਼ਬਦ ਦਾ ਅਰਥ ਹੈ ਪਰਮਾਤਮਾ। ਵਜੀਦ ਜੀ ਕਹਿੰਦੇ ਹਨ ਕਿ ਚੋਰੀਆਂ ਕਰਨ ਵਾਲਿਆਂ ਅਤੇ ਮਨੁੱਖਾਂ ਨੂੰ ਕਤਲ ਕਰਕੇ ਲੁੱਟਣ ਵਾਲਿਆਂ ਦੇ ਘਰੀਂ ਤਾਂ ਦੁੱਧ ਦੇਣ ਵਾਲੇ ਪਸ਼ੂਆਂ ਦੇ ਵੱਗ ਹਨ। ਫਰੇਬ ਅਤੇ ਧੋਖੇ ਨਾਲ ਦੂਜਿਆਂ ਨੂੰ ਠੱਗਣ ਵਾਲੇ ਲੋਕ ਇਮਾਨਦਾਰ ਕਹਾਉਂਦੇ ਹਨ। ਹੇ ਰੱਬਾ, ਇਹ ਤੇਰਾ ਭਾਣਾ ਹੈ ਜੋ ਤੇਰੇ ਦਰ ਘਰ ਤੋਂ ਵਰਤ ਰਿਹਾ ਹੈ। ਇਸ ਅਨੁਸਾਰ ਚੋਰਾਂ ਤੇ ਠੱਗਾਂ ਨੂੰ ਸੁੱਖ ਆਰਾਮ ਮਿਲਦੇ ਹਨ। ਅਸਲ ਵਿੱਚ ਰੱਬ ਦੇ ਭਾਣੇ ਵਿੱਚ ਕਿਸੇ ਦਾ ਕੋਈ ਦਖਲ ਨਹੀਂ। ਉਸ ਨੂੰ ਕੋਈ ਨਹੀਂ ਕਹਿ ਸਕਦਾ ਕਿ ਉਹ ਇਸ ਤਰ੍ਹਾਂ ਨਹੀਂ, ਸਗੋਂ ਉਸ ਤਰ੍ਹਾਂ ਕਰੇ। ਉਸ ਨੂੰ ਕੋਈ ਨਹੀਂ ਰੋਕ ਸਕਦਾ। ਇਹ ਸਾਰਾ ਕੁਝ ਉਸ ਦੇ ਅਟਲ ਭਾਣੇ ਅਨੁਸਾਰ ਹੀ ਹੁੰਦਾ ਹੈ। ਭਾਵ ਪਰਮਾਤਮਾ ਦੇ ਭਾਣੇ ਵਿੱਚ ਕਿਸੇ ਦਾ ਕੋਈ ਦਖਲ ਨਹੀਂ। ਉਸ ਦੇ ਭਾਣੇ ਵਿੱਚ ਚੋਰ, ਕਾਤਲ, ਫਰੇਬ ਤੇ ਧੋਖੇਬਾਜ਼ ਮਾਣ ਪ੍ਰਾਪਤ ਕਰ ਲੈਂਦੇ ਹਨ। ਰੱਬ ਨੂੰ ਅਜਿਹਾ ਕਰਨ ਤੋਂ ਕੋਈ ਨਹੀਂ ਰੋਕ ਸਕਦਾ। ਵਜੀਦ ਜੀ ਦਾ ਅਗਲਾ ਸ਼ਲੋਕ ਹੈ, ਘੜੀ ਘੜੀ ਘੜਿਆਲ ਕੇ ਵਾਜੇ ਕਹਿਤ ਹੈ, ਬਹੁਤੀ ਗਈ ਵਿਹਾਏ ਥੋੜੀ ਸੀ ਰਹਿਤ ਹੈ, ਸਾਈਂ ਬੇਗ ਸਮਾਲ ਕੇ ਜਮ ਕੇ ਰਾਰ ਹੈ, ਵਜੀਦਾ ਜਮ ਕੇ ਹਾਥ ਗੁਲੇਲ ਪਟਾਕਾ ਭਾਰ ਹੈ। ਵਿਹਾਈ ਸ਼ਬਦ ਦਾ ਅਰਥ ਹੈ ਬੀਤ ਗਈ, ਲੰਘ ਗਈ। ਇਸ ਸ਼ਲੋਕ ਵਿੱਚ ਕਵੀ ਨੇ ਜੀਵ ਨੂੰ ਉਸ ਦੀ ਘਟ ਰਹੀ ਉਮਰ ਅਤੇ ਆ ਰਹੀ ਮੌਤ ਤੋਂ ਖਬਰਦਾਰ ਕਰਦੇ ਹੋਏ ਉਸ ਨੂੰ ਪ੍ਰਭੂ ਦੇ ਨਾਮ ਦਾ ਸਿਮਰਨ ਕਰਨ ਦਾ ਉਪਦੇਸ਼ ਦਿੱਤਾ ਹੈ। ਵਜੀਦ ਜੀ ਕਹਿੰਦੇ ਹਨ, ਹੇ ਜੀਵ, ਸਮੇਂ ਦੀ ਸੂਚਨਾ ਦੇਣ ਵਾਲਾ ਘੜਿਆਲ ਘੜੀ ਘੜੀ ਵੱਜਦਾ ਹੈ। ਉਹ ਕਹਿੰਦਾ ਹੈ ਕਿ ਤੇਰੀ ਉਮਰ ਦਾ ਬਹੁਤ ਸਾਰਾ ਹਿੱਸਾ ਬੀਤ ਗਿਆ ਹੈ ਅਤੇ ਥੋੜਾ ਹਿੱਸਾ ਬਾਕੀ ਰਹਿ ਗਿਆ ਹੈ। ਤੈਨੂੰ ਛੇਤੀ ਨਾਲ ਪ੍ਰਭੂ ਦਾ ਨਾਮ ਸਿਮਰਨ ਕਰਨ ਵੱਲ ਲੱਗਣਾ ਚਾਹੀਦਾ ਹੈ, ਕਿਉਂਕਿ ਤੇਰੇ ਨਾਲ ਜਮਦੂਤ ਦਾ ਵੈਰ ਹੈ। ਉਸ ਦੇ ਹੱਥ ਵਿੱਚ ਗੁਲੇਲਾ ਫੜਿਆ ਹੋਇਆ ਹੈ। ਉਹ ਅਜਿਹਾ ਅਚੂਕ ਨਿਸ਼ਾਨਾ ਮਾਰੇਗਾ ਕਿ ਤੂੰ ਇੱਕਦਮ ਫੁੰਡਿਆ ਜਾਵੇਗਾ। ਇਸ ਕਰਕੇ ਤੈਨੂੰ ਆਪਣਾ ਸਮਾਂ ਗੁਆਏ ਬਿਨਾਂ ਪ੍ਰਭੂ ਨਾਮ ਦੇ ਸਿਮਰਨ ਵੱਲ ਲੱਗਣਾ ਚਾਹੀਦਾ ਹੈ। ਵਜੀਦ ਜੀ ਦਾ ਅਗਲਾ ਸ਼ਲੋਕ ਹੈ, ਕਿਆ ਸਮਝਾਈਏ ਗਿਆਨ ਅਗਿਆਨੀ ਜੀਵ ਕੋ, ਪੜੀ ਭਰਮ ਕੀ ਚੂਕ ਭਜੇ ਨੈ ਪੀਵ ਕੋ, ਨਿੰਮ ਨ ਮਿੱਠੀ ਹੋਏ ਸਿੰਚ ਗੁੜ ਘਿਓ ਸਿਉ,
ਵਜੀਦਾ ਜੈਸਾ ਹੋਏ ਸੁਭਾਓ, ਜਾਏਗਾ ਜਿਉ ਸਿਉ। ਚੂਕ ਸ਼ਬਦ ਦਾ ਅਰਥ ਹੈ ਭੁੱਲ। ਪੀਵ ਸ਼ਬਦ ਦਾ ਅਰਥ ਹੈ ਪ੍ਰੀਤਮ। ਜਾਏਗਾ ਜਿਉਂ ਸਿਉਂ ਸ਼ਬਦ ਦਾ ਅਰਥ ਹੈ ਆਦਤ ਜਾਨ ਦੇ ਨਾਲ ਹੀ ਜਾਂਦੀ ਹੈ। ਇਸ ਸ਼ਲੋਕ ਵਿੱਚ ਵਜੀਦ ਜੀ ਅਗਿਆਨੀ ਮਨੁੱਖ ਦੇ ਅਮੋੜ ਸੁਭਾਅ ਦਾ ਜ਼ਿਕਰ ਕਰਦੇ ਹਨ। ਵਜੀਦ ਜੀ ਕਹਿੰਦੇ ਹਨ ਕਿ ਜੀਵ ਬੜਾ ਅਗਿਆਨੀ ਹੈ, ਇਸ ਨੂੰ ਗਿਆਨ ਦੀ ਗੱਲ ਕੀ ਸਮਝਾਈ ਜਾਵੇ। ਉਸ ਦੇ ਮਨ ਵਿੱਚ ਤਾਂ ਝੂਠੀ ਮਾਇਆ ਦੇ ਭਰਮ ਕਰਕੇ ਭੁੱਲ ਪਈ ਹੋਈ ਹੈ। ਇਸ ਕਰਕੇ ਉਹ ਆਪਣੇ ਪ੍ਰੀਤਮ ਨੂੰ ਯਾਦ ਨਹੀਂ ਕਰਦਾ। ਅਸਲ ਵਿੱਚ ਇਸ ਭਰਮੀ ਦਾ ਸੁਭਾਅ ਨਿੰਮ ਵਰਗਾ ਹੈ, ਜੋ ਕਿ ਭਾਵੇਂ ਗੁੜ ਅਤੇ ਘਿਓ ਵਿੱਚ ਭਿਉਂ ਕੇ ਰੱਖੀ ਜਾਵੇ ਤਾਂ ਵੀ ਉਸ ਦੀ ਕੁੜੱਤਣ ਨਹੀਂ ਜਾਂਦੀ ਅਤੇ ਉਹ ਮਿੱਠੀ ਨਹੀਂ ਹੁੰਦੀ। ਅਜਿਹੇ ਮਨੁੱਖ ਦਾ ਸੁਭਾਅ ਜਿਹੋ ਜਿਹਾ ਬਣਿਆ ਹੁੰਦਾ ਹੈ, ਉਹ ਉਸ ਦੇ ਨਾਲ ਹੀ ਰਹਿੰਦਾ ਹੈ ਅਤੇ ਉਸ ਵਿੱਚ ਤਬਦੀਲੀ ਨਹੀਂ ਆਉਂਦੀ। ਭਾਵ ਅਗਿਆਨੀ ਮਨੁੱਖ ਦਾ ਸੁਭਾਅ ਅਮੋੜ ਹੁੰਦਾ ਹੈ। ਉਸ ਨੂੰ ਰੱਬ ਦੇ ਗਿਆਨ ਦੀ ਗੱਲ ਚੰਗੀ ਨਹੀਂ ਲੱਗਦੀ ਅਤੇ ਉਸ ਦੇ ਇਸ ਸੁਭਾਅ ਨੂੰ ਬਦਲਿਆ ਨਹੀਂ ਜਾ ਸਕਦਾ। ਅਗਲਾ ਸ਼ਲੋਕ ਹੈ, ਇਕਨਾ ਦੇ ਧਨ ਪੱਲੇ ਸ਼ਾਹ ਸਦਾਏ ਦੇ, ਪਹਿਰਨ ਮਲਮਲ ਖਾਸਾ ਮੁਸ਼ਕ ਹੰਡਾਏ ਦੇ, ਇਕਨਾ ਭਿੱਖ ਨਾ ਪੈਂਦੀ ਫਿਰਦੇ ਦਰ ਬਦਰ, ਵਜੀਦਾ ਕੌਣ ਸਾਹਿਬ ਨੂੰ ਆਖੇ ਐਉਂ ਨਹੀਂ ਅੰਜ ਕਰ। ਖਾਸਾ ਸ਼ਬਦ ਦਾ ਅਰਥ ਹੈ ਇੱਕ ਪ੍ਰਕਾਰ ਦਾ ਪਤਲਾ ਕੱਪੜਾ। ਮੁਸ਼ਕ ਸ਼ਬਦ ਦਾ ਅਰਥ ਹੈ ਖੁਸ਼ਬੂਦਾਰ ਜਾਂ ਖੁਸ਼ਬੋ। ਭਿੱਖ ਸ਼ਬਦ ਦਾ ਅਰਥ ਹੈ ਖੈਰ। ਵਜੀਦ ਜੀ ਕਹਿੰਦੇ ਹਨ ਕਿ ਰੱਬੀ ਕਲਮ ਦੇ ਲੇਖ ਅਨੁਸਾਰ ਹੀ ਕੁਝ ਧਨਵਾਨ ਬਾਦਸ਼ਾਹ ਬਣ ਕੇ ਬਰੀਕ ਖਾਸਾ ਅਤੇ ਮਲਮਲ ਪਾਉਂਦੇ ਹਨ, ਖੁਸ਼ਬੂਦਾਰ ਚੀਜ਼ਾਂ ਦੀ ਵਰਤੋਂ ਕਰਦੇ ਹਨ, ਪਰ ਦੂਸਰਿਆਂ ਨੂੰ ਦਰ-ਦਰ ਫਿਰ ਕੇ ਵੀ ਭਿੱਖਿਆ ਨਹੀਂ ਮਿਲਦੀ, ਖੈਰ ਨਹੀਂ ਮਿਲਦਾ। ਇਹ ਸਭ ਕੁਝ ਪਰਮਾਤਮਾ ਦੀ ਆਪਣੀ ਇੱਛਾ ਅਨੁਸਾਰ ਵਰਤਾਏ ਭਾਣੇ ਮੁਤਾਬਕ ਹੀ ਵਾਪਰਦਾ ਹੈ। ਕੋਈ ਬੰਦਾ ਉਸ ਨੂੰ ਇਹ ਨਹੀਂ ਕਹਿ ਸਕਦਾ ਕਿ ਉਹ ਇਸ ਤਰ੍ਹਾਂ ਨਾ ਕਰੇ, ਸਗੋਂ ਉਸ ਤਰ੍ਹਾਂ ਕਰੇ। ਵਜੀਦ ਜੀ ਦਾ ਅਗਲਾ ਸ਼ਲੋਕ ਹੈ, ਮਾਇਆ ਰਸ ਲਗ ਭੂਲੇ ਮੌਤ ਨਹੀਂ ਸੂਝਈ, ਕਹਿ ਹਾਰੇ ਗ੍ਰੰਥ ਮੂੜ ਨਹੀਂ ਬੂਝਈ, ਹਰ ਕਾ ਨਾਮ ਅਗਿਆਨੀ ਰਿਧੇ ਨਾ ਲਿਆਵਈ, ਵਜੀਦਾ ਦੀਪਕ ਜਿਉਂ ਬੁਝ ਜਾਏ ਪ੍ਰਾਣ ਵੀ ਜਾਵਈ। ਰਿਧੇ ਦਾ ਅਰਥ ਹੈ ਹਿਰਦਾ, ਦੀਪਕ ਦਾ ਅਰਥ ਹੈ ਦੀਵਾ, ਪ੍ਰਾਣ ਵੀ ਜਾਵਈ ਦਾ ਅਰਥ ਹੈ ਸਾਹ ਵੀ ਪੂਰੇ ਹੋ ਜਾਣਗੇ, ਭਾਵ ਮਰ ਜਾਵੇਗਾ। ਇਸ ਸ਼ਲੋਕ ਵਿੱਚ ਵਜੀਦ ਜੀ ਨੇ ਮਨੁੱਖ ਨੂੰ ਉਸ ਦੇ ਸਰੀਰ ਦੀ ਨਾਸ਼ਮਾਨਤਾ ਬਾਰੇ ਚੇਤੰਨ ਕਰਦਿਆਂ ਹੋਇਆਂ ਉਸ ਨੂੰ ਸੰਸਾਰਿਕ ਪਦਾਰਥਾਂ ਦਾ ਮੋਹ ਛੱਡ ਕੇ ਪ੍ਰਭੂ ਨਾਮ ਨੂੰ ਹਿਰਦੇ ਵਿੱਚ ਵਸਾਉਣ ਲਈ ਕਿਹਾ ਹੈ। ਵਜੀਦ ਜੀ ਕਹਿੰਦੇ ਹਨ ਕਿ ਮਨੁੱਖ ਪਦਾਰਥਾਂ ਦੇ ਸਵਾਦ ਵਿੱਚ ਲੱਗ ਕੇ ਮੌਤ ਨੂੰ ਭੁੱਲ ਜਾਂਦਾ ਹੈ। ਉਸ ਨੂੰ ਧਾਰਮਿਕ ਗ੍ਰੰਥ ਸੰਸਾਰਿਕ ਪਦਾਰਥਾਂ ਨਾਲ ਮੋਹ ਨਾ ਪਾਉਣ ਲਈ ਕਹਿ ਕੇ ਹਾਰ ਗਏ ਹਨ, ਪਰੰਤੂ ਇਸ ਮੂਰਖ ਨੂੰ ਸਮਝ ਨਹੀਂ ਆਉਂਦੀ। ਇਹ ਅਗਿਆਨੀ ਪ੍ਰਭੂ ਦੇ ਨਾਮ ਨੂੰ ਹਿਰਦੇ ਵਿੱਚ ਵਸਾਉਣ ਵੱਲ ਧਿਆਨ ਹੀ ਨਹੀਂ ਦਿੰਦਾ। ਉਸ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਜਦੋਂ ਉਸ ਨੂੰ ਮੌਤ ਆਉਣੀ ਹੈ ਤਾਂ ਉਸ ਦੀ ਜੀਵਨ ਜੋਤ ਦੀਵੇ ਵਾਂਗ ਇੱਕਦਮ ਬੁਝ ਜਾਵੇਗੀ ਅਤੇ ਉਸ ਦੇ ਸਾਹ ਖਤਮ ਹੋ ਜਾਣਗੇ। ਭਾਵ ਆਪਣੇ ਸਰੀਰ ਦੀ ਨਾਸ਼ਮਾਨਤਾ ਬਾਰੇ ਚੇਤੰਨ ਹੁੰਦਿਆਂ ਮਨੁੱਖ ਨੂੰ ਸੰਸਾਰਿਕ ਮੋਹ ਮਾਇਆ ਛੱਡ ਕੇ ਪ੍ਰਭੂ ਨਾਮ ਨੂੰ ਹਿਰਦੇ ਵਿੱਚ ਵਸਾਉਣਾ ਚਾਹੀਦਾ ਹੈ। ਵਜੀਦ ਜੀ ਦਾ
ਅਗਲਾ ਸ਼ਲੋਕ ਹੈ, ਇਕਨਾ ਨੂੰ ਘਿਓ ਖੰਡ ਨਾ ਮੈਦਾ ਭਾਵਈ, ਬਹੁਤੀ ਬਹੁਤੀ ਮਾਇਆ ਚਲਦੀ ਆਵਈ, ਇਕਨਾ ਨਾਹੀ ਸਾਗ ਅਲੂਣਾ ਪੇਟ ਭਰ, ਵਜੀਦਾ ਕੌਣ ਸਾਹਿਬ ਨੂੰ ਆਖੇ ਐਉਂ ਨਹੀਂ ਅੰਜ ਕਰ। ਵਜੀਦ ਜੀ ਕਹਿੰਦੇ ਹਨ ਕਿ ਇਸ ਸੰਸਾਰ ਵਿੱਚ ਇਕਨਾ ਨੂੰ ਤਾਂ ਘਿਓ ਖੰਡ ਅਤੇ ਮੈਦੇ ਦੇ ਬਣੇ ਹੋਏ ਪਕਵਾਨ ਵੀ ਚੰਗੇ ਨਹੀਂ ਲੱਗਦੇ, ਕਿਉਂਕਿ ਉਹਨਾਂ ਕੋਲ ਮਾਇਆ ਬਹੁਤੀ ਹੁੰਦੀ ਹੈ ਅਤੇ ਉਹ ਇਹਨਾਂ ਤੋਂ ਵਧੀਆ ਚੀਜ਼ਾਂ ਦਾ ਸੇਵਨ ਕਰਨਾ ਚਾਹੁੰਦੇ ਹਨ। ਇਸ ਕਰਕੇ ਉਹ ਅਜਿਹੇ ਪਕਵਾਨਾਂ ਤੋਂ ਵੀ ਨੱਕ ਵੱਟਦੇ ਹਨ। ਪਰ ਦੂਜੇ ਪਾਸੇ ਅਜਿਹੇ ਲੋਕ ਵੀ ਹਨ ਜਿਨ੍ਹਾਂ ਨੂੰ ਢਿੱਡ ਭਰ ਕੇ, ਪੇਟ ਭਰ ਕੇ ਖਾਣ ਲਈ ਅਲੂਣਾ ਸਾਗ ਵੀ ਨਹੀਂ ਮਿਲਦਾ। ਅਸਲ ਵਿੱਚ ਇਹ ਸਭ ਕੁਝ ਰੱਬ ਦੇ ਭਾਣੇ ਅੰਦਰ ਹੀ ਹੁੰਦਾ ਹੈ। ਉਸ ਨੂੰ ਕੋਈ ਨਿਰਦੇਸ਼ ਨਹੀਂ ਦੇ ਸਕਦਾ ਕਿ ਉਹ ਇਸ ਤਰ੍ਹਾਂ ਨਾ ਕਰੇ ਅਤੇ ਉਸ ਤਰ੍ਹਾਂ ਕਰੇ। ਅਰਥਾਤ ਮਨੁੱਖ ਦਾ ਖੁਸ਼ਹਾਲੀ ਅਤੇ ਬਦਹਾਲੀ ਦਾ ਵਰਤਾਰਾ ਰੱਬੀ ਭਾਣੇ ਅਧੀਨ ਹੈ। ਇਸ ਭਾਣੇ ਦੀ ਬੇਪਰਵਾਹੀ ਵਿੱਚ ਕਿਸੇ ਦਾ ਕੋਈ ਦਖਲ ਨਹੀਂ ਹੈ। ਵਜੀਦ ਜੀ ਦਾ ਅਗਲਾ ਸ਼ਲੋਕ ਹੈ, ਚੋਰ ਜੋ ਕਰਦੇ ਚੋਰੀ ਲਿਆਵਣ ਲੁੱਟ ਕਰ, ਖਾਂਦੇ ਦੁੱਧ ਮਲਾਈ ਮਲੀਦੇ ਕੁੱਟ ਕਰ, ਰਹਿੰਦੇ ਤੇਰੀ ਆਸ ਸੂ ਜਾਂਦੇ ਭੁੱਖ ਮਰ, ਵਜੀਦਾ ਕੌਣ ਸਾਹਿਬ ਨੂੰ ਆਖੇ ਐਉਂ ਨਹੀਂ ਅੰਜ ਕਰ। ਵਜੀਦ ਜੀ ਕਹਿੰਦੇ ਹਨ ਕਿ ਜਿਹੜੇ ਚੋਰ ਲੁੱਟ ਮਾਰ ਕਰਦੇ ਹਨ ਅਤੇ ਲੁੱਟ ਦਾ ਮਾਲ ਆਪਣੇ ਘਰ ਲੈ ਆਉਂਦੇ ਹਨ, ਉਹ ਇਸ ਲੁੱਟ ਦੇ ਮਾਲ ਨਾਲ ਦੁੱਧ, ਮਲਾਈਆਂ ਅਤੇ ਚੂਰੀਆਂ ਕੁੱਟ-ਕੁੱਟ ਕੇ ਖਾਂਦੇ ਹਨ। ਪਰ ਇਹਨਾਂ ਦੇ ਮੁਕਾਬਲੇ ਜਿਹੜੇ ਲੋਕ ਰੱਬ ਦੀ ਆਸ 'ਤੇ ਰਹਿੰਦੇ ਹਨ, ਉਹ ਭੁੱਖੇ ਮਰ ਜਾਂਦੇ ਹਨ। ਇਹ ਸਭ ਕੁਝ ਰੱਬ ਦੇ ਭਾਣੇ ਅਨੁਸਾਰ ਹੋ ਰਿਹਾ ਹੈ। ਉਸ ਨੂੰ ਕੋਈ ਨਹੀਂ ਕਹਿ ਸਕਦਾ ਕਿ ਇਸ ਤਰ੍ਹਾਂ ਨਾ ਕਰੇ। ਭਾਵ ਰੱਬ ਬੜਾ ਬੇਪਰਵਾਹ ਹੈ। ਉਸ ਦੇ ਭਾਣੇ ਵਿੱਚ ਚੋਰ ਮੌਜਾਂ ਕਰਦੇ ਹਨ, ਪਰ ਭਗਤ ਭੁੱਖੇ ਮਰਦੇ ਹਨ। ਇਹ ਸਭ ਰੱਬ ਦਾ ਭਾਣਾ ਹੈ, ਰੱਬ ਦਾ ਵਰਤਾਰਾ ਹੈ। ਵਜੀਦ ਜੀ ਦਾ ਅਗਲਾ ਸ਼ਲੋਕ ਹੈ, ਨਾ ਕਰ ਖੁਦੀ ਗੁਮਾਨ ਜਵਾਨ ਮਰ ਜਾਹੇਗਾ, ਤਨ ਜੋਬਨ ਥਿਰ ਨਾਹੇ ਅੰਤ ਪਛਤਾਹੇਗਾ, ਜੈਸੀ ਕੱਚ ਕੀ ਚੂੜੀ ਤੈਸੀ ਦੇਹ ਹੈ, ਵਜੀਦਾ ਥਿਰ ਸਾਹਿਬ ਦਾ ਨਾਮ ਹੋਰ ਸਭ ਖੇ ਹੈ। ਗੁਮਾਨ ਸ਼ਬਦ ਦਾ ਅਰਥ ਹੈ ਹੰਕਾਰ। ਥਿਰ ਨਾਹੀ ਭਾਵ ਸਥਿਰ ਨਹੀਂ ਹੈ, ਹਮੇਸ਼ਾ ਕਾਇਮ ਰਹਿਣ ਵਾਲੀ ਨਹੀਂ ਹੈ। ਖੇ ਸ਼ਬਦ ਦਾ ਅਰਥ ਹੈ ਧੂੜ ਜਾਂ ਮਿੱਟੀ। ਇਸ ਸ਼ਲੋਕ ਵਿੱਚ ਵਜੀਦ ਜੀ ਨੇ ਜੀਵ ਨੂੰ ਮੌਤ ਦਾ ਡਰ ਦੇ ਕੇ ਉਸ ਨੂੰ ਘਮੰਡ ਨੂੰ ਤਿਆਗਣ ਦਾ ਉਪਦੇਸ਼ ਦਿੱਤਾ ਹੈ। ਵਜੀਦ ਜੀ ਕਹਿੰਦੇ ਹਨ ਕਿ ਹੇ ਜੀਵ, ਤੈਨੂੰ ਖੁਦੀ ਗੁਮਾਨ ਛੱਡ ਦੇਣਾ ਚਾਹੀਦਾ ਹੈ, ਹੰਕਾਰ ਤਿਆਗ ਦੇਣਾ ਚਾਹੀਦਾ ਹੈ। ਜਿਸ ਜਵਾਨੀ ਦਾ ਤੂੰ ਮਾਣ ਕਰਦਾ ਹੈ, ਤੂੰ ਇਸ ਦੇ ਹੁੰਦਿਆਂ ਵੀ ਮੌਤ ਦੇ ਹਵਾਲੇ ਹੋ ਸਕਦਾ ਹੈ। ਤੈਨੂੰ ਪਤਾ ਹੋਣਾ ਚਾਹੀਦਾ ਹੈ ਕਿ ਧਨ ਦੌਲਤ ਅਤੇ ਜਵਾਨੀ ਸਦਾ ਨਹੀਂ ਰਹਿਣੇ। ਜੇਕਰ ਤੂੰ ਧਨ ਦੌਲਤ ਅਤੇ ਜਵਾਨੀ ਦਾ ਹੰਕਾਰ ਕੀਤਾ ਅਤੇ ਇਹਨਾਂ ਦੇ ਨਸ਼ੇ ਵਿੱਚ ਰਾਮ ਦਾ ਨਾਮ ਨਾ ਸਿਮਰਿਆ, ਤਾਂ ਅੰਤ ਵੇਲੇ ਤੈਨੂੰ ਪਛਤਾਉਣਾ ਪਵੇਗਾ। ਤੂੰ ਇਹ ਸਮਝ ਲੈ ਕਿ ਤੇਰਾ ਇਹ ਸਰੀਰ ਕੱਚ ਦੀ ਚੂੜੀ ਵਰਗਾ ਹੈ, ਜੋ ਕਿ ਕਿਸੇ ਵੇਲੇ ਵੀ ਟੁੱਟ ਸਕਦਾ ਹੈ। ਇਸ ਦੁਨੀਆ ਉੱਤੇ ਇੱਕ ਮਾਤਰ ਪ੍ਰਭੂ ਦਾ ਨਾਂ ਹੀ ਸਦਾ ਕਾਇਮ ਰਹਿਣ ਵਾਲਾ ਹੈ। ਬਾਕੀ ਹਰ ਇੱਕ ਚੀਜ਼ ਨਾਸ਼ ਹੋ ਕੇ ਮਿੱਟੀ ਵਿੱਚ ਚਲੀ ਜਾਂਦੀ ਹੈ। ਭਾਵ ਮਨੁੱਖ ਨੂੰ ਕਿਸੇ ਪ੍ਰਕਾਰ ਦਾ ਕੋਈ ਵੀ ਹੰਕਾਰ ਨਹੀਂ ਕਰਨਾ ਚਾਹੀਦਾ, ਕਿਉਂਕਿ
ਸੰਸਾਰ ਵਿੱਚ ਉਸ ਦੇ ਸਰੀਰ ਸਮੇਤ ਕੋਈ ਚੀਜ਼ ਸਥਿਰ ਨਹੀਂ ਹੈ। ਉਸ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਪਰਮਾਤਮਾ ਦੇ ਨਾਮ ਤੋਂ ਬਿਨਾਂ ਸਭ ਚੀਜ਼ਾਂ ਨਾਸ਼ਮਾਨ ਹਨ। ਵਜੀਦ ਜੀ ਦਾ ਅਗਲਾ ਸ਼ਲੋਕ ਹੈ, ਘਿਓ, ਸ਼ੱਕਰ ਤੇ ਮੈਦਾ ਮਿਲਦਾ ਕੁੱਤਿਆਂ, ਜਿਨ੍ਹਾਂ ਦਾ ਪੀਂਦੇ ਦੁੱਧ ਸੋ ਮਰਦੇ ਭੁੱਖਿਆਂ। ਬੀਜਣ ਗਹੁਣ ਵਾਹੁਣ ਖੜਸਨ ਬੰਨ ਕਰ, ਵਜੀਦਾ ਕੌਣ ਸਾਹਿਬ ਨੂੰ ਆਖੇ ਐਉਂ ਨਹੀਂ ਅੰਜ ਕਰ। ਖੜਸਨ ਬੰਨ ਕਰ ਦਾ ਭਾਵ ਹੈ ਗਊਆਂ ਬੈਲਾਂ ਨੂੰ ਬੰਨ੍ਹ ਕੇ ਰੱਖਿਆ ਜਾਂਦਾ ਹੈ। ਵਜੀਦ ਜੀ ਕਹਿੰਦੇ ਹਨ ਕਿ ਇਸ ਸੰਸਾਰ ਵਿੱਚ ਕੁੱਤਿਆਂ ਨੂੰ ਘਿਓ ਸ਼ੱਕਰ ਦੀਆਂ ਚੂਰੀਆਂ ਦਿੱਤੀਆਂ ਜਾਂਦੀਆਂ ਹਨ, ਪਰ ਜਿਨ੍ਹਾਂ ਮੱਝਾਂ ਗਾਵਾਂ ਦਾ ਦੁੱਧ ਪੀਤਾ ਜਾਂਦਾ ਹੈ ਉਹਨਾਂ ਨੂੰ ਸੁੱਕਾ ਘਾਹ ਵੀ ਨਹੀਂ ਦਿੱਤਾ ਜਾਂਦਾ। ਬਲਦ ਜੋ ਅੰਨ ਪੈਦਾ ਕਰਨ ਲਈ ਖੇਤਾਂ ਨੂੰ ਵਾਹੁੰਦੇ ਹਨ, ਬੀਜਦੇ ਹਨ ਅਤੇ ਫਸਲਾਂ ਨੂੰ ਗਾਉਂਦੇ ਹਨ, ਉਹਨਾਂ ਨੂੰ ਰੱਸਿਆਂ ਅਤੇ ਸੰਗਲਾਂ ਨਾਲ ਬੰਨ੍ਹਿਆ ਜਾਂਦਾ ਹੈ। ਪਰ ਇਸ ਵਿੱਚ ਕਿਸੇ ਦਾ ਕੋਈ ਦੋਸ਼ ਨਹੀਂ। ਰੱਬ ਨੂੰ ਇਹ ਕੁਝ ਹੀ ਮਨਜ਼ੂਰ ਹੈ। ਉਸ ਦੇ ਭਾਣੇ ਨੂੰ ਕੋਈ ਨਹੀਂ ਮੋੜ ਸਕਦਾ ਅਤੇ ਉਸ ਨੂੰ ਕੋਈ ਇਹ ਨਹੀਂ ਕਹਿ ਸਕਦਾ ਕਿ ਉਹ ਇਸ ਤਰ੍ਹਾਂ ਨਾ ਕਰੇ ਅਤੇ ਉਸ ਤਰ੍ਹਾਂ ਕਰੇ, ਕਿਉਂਕਿ ਇਹ ਸਾਰਾ ਕੁਝ ਪ੍ਰਭੂ ਪਰਮਾਤਮਾ ਦੇ ਭਾਣੇ ਵਿੱਚ ਹੀ ਵਾਪਰ ਰਿਹਾ ਹੈ। ਸੋ ਇਹ ਸੀ 12ਵੀਂ ਜਮਾਤ ਦੇ 94ਵੀਂ ਪੰਜਾਬੀ ਵਿਸ਼ੇ ਦੇ ਪਾਠਕ੍ਰਮ ਵਿੱਚ ਸ਼ਾਮਿਲ ਮੀਆਂ ਵਜੀਦ ਜੀ ਦੇ ਸ਼ਲੋਕ, ਜਿਨ੍ਹਾਂ ਵਿੱਚ ਵਜੀਦ ਜੀ ਮਨੁੱਖ ਨੂੰ ਸਮਝਾਉਂਦੇ ਹਨ ਕਿ ਮਨੁੱਖ ਨੂੰ ਇਸ ਸੰਸਾਰ ਨੂੰ ਨਾਸ਼ਮਾਨ ਮੰਨਦੇ ਹੋਏ ਨੇਕ ਕੰਮ ਕਰਨੇ ਚਾਹੀਦੇ ਹਨ। ਹਉਮੈ, ਹੰਕਾਰ, ਕਪਟ ਅਤੇ ਝੂਠ ਤੋਂ ਬਚਣਾ ਚਾਹੀਦਾ ਹੈ। ਸਾਧ ਸੰਗਤ ਅਤੇ ਪ੍ਰਭੂ ਦਾ ਸਿਮਰਨ ਕਰਨਾ ਚਾਹੀਦਾ ਹੈ। ਧੰਨਵਾਦ।